ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ। ਤੇਰੇ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨ ਸਕੂੰ, ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਵਰਨ ਨ ਸਕੂੰ, ਤੂੰ ਠਾਕੁਰ ਊਚ ਭਗਵਾਨਾ। ਪਰਮ ਸਨਮਾਨਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ ਸਤਸੰਗੀ ਜਨੋ, ਸਤਿਗੁਰਾਂ ਨੇ ਕਿਰਪਾ ਕੀਤੀ। ਅੰਮ੍ਰਿਤ ਵੇਲੇ ਦੇ ਸਜੇ ਦੀਵਾਨਾਂ 'ਚ ਗੁਰੂ ਹਜ਼ੂਰੀ 'ਚ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਆਓ ਭਗਤਾਂ ਦੀ ਉਚਾਰਨ ਕੀਤੀ ਹੋਈ ਅੰਮ੍ਰਿਤ ਬਾਣੀ ਬਿਲਾਵਲ ਰਾਗ ਦੇ ਵਿੱਚ ਰਲ ਮਿਲ ਕੇ ਆਪਾਂ ਨੇ ਕਬੀਰ ਸਾਹਿਬ ਅਤੇ ਭਗਤ ਨਾਮਦੇਵ ਜੀ ਦਾ ਇੱਕ ਸ਼ਬਦ, ਉਹਦੇ ਵਿਚਾਰ ਸਰਵਣ ਕੀਤੇ ਨੇ। ਇਸ ਰਾਗ ਦੇ ਅੰਦਰ ਭਗਤ ਰਵਿਦਾਸ ਜੀ ਦੇ ਦੋ ਸ਼ਬਦ ਹਨ। ਪਾਵਨ ਅੰਕ 858 ਦੇ ਉੱਤੇ, दारिद देख सबको हंसै ऐसी दशा हमारी, अष्ट दशा सिद्ध कर तलै सब कृपा तुम्हारी। आओ शब्द का मूल पाठ करांगे। इस शब्द दे विच भगत जी ने बड़ी निमरता भाव दे विच गल की है। अपनी निमाणता, निमरता, सहज, टिकाऊ, उन्हां दे अंदर दी हलेमी, उन्हां दे अंदर दा संतोख, उसनूं साडे सामने रखिया है। सो आओ प्यार नाल इन्हां पावन वचनां दा पाठ करन तो पहला मनोवृत्तियां एकाग्र करो। श्री गुरु ग्रंथ साहब महाराज जी नूं झुकाओ सीस, गुरफतेह दी साधन करो। आखो जी वाहिगुरू जी का खालसा, वाहिगुरू जी की फतेह। बिलावल बिलावल बाणी रविदास भगत की, बाणी रविदास भगत की। एक ओंकार, एक ओंकार। सतगुर प्रसाद, सतगुर प्रसाद। दारिद देख सबको हंसै, दारिद देख सबको हंसै। ऐसी दशा हमारी, ऐसी दशा हमारी। अष्ट दशा सिद्ध कर तलै, अष्ट दशा सिद्ध कर तलै। सब
कृपा तुम्हारी, सब कृपा तुम्हारी। तू जानत मैं किछ नहीं, तू जानत मैं किछ नहीं। भव खंडन राम, भव खंडन राम। सगल जी शरणागति, सगल जी शरणागति। प्रभु पूरन काम, प्रभु पूरन काम। रहाओ रहाओ। जो तेरी शरणागता, जो तेरी शरणागता। तिन नाहि पार, तिन नाहि पार। ऊच नीच तुम ते तरे, ऊच नीच तुम ते तरे। आलज संसार, आलज संसार। कह रविदास अकथ कथा, कह रविदास अकथ कथा। बहु काय करी जै, बहु काए करी जय। जैसा तू तैसा तू ही, जैसा तू तैसा तू ही। क्या उपमा दीजै, क्या उपमा दीजै। कह रविदास अकथ कथा, कह रविदास अकथ कथा। बहु काय करी जै, बहु काए करी जय। जैसा तू तैसा तू ही, जैसा तू तैसा तू ही। क्या उपमा दीजै, क्या उपमा दीजै। वाहिगुरु जी का खालसा, वाहिगुरु जी की फतेह। ਇਹ ਪਾਵਨ ਸ਼ਬਦ ਬਿਲਾਵਲ ਰਾਗ ਦੇ ਵਿੱਚ ਬਾਣੀ ਰਵਿਦਾਸ ਭਗਤ ਕੀ ਦੇ ਸਿਰਲੇਖ ਹੇਠ ਦਰਜ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ ਮੰਗਲਾਚਰਨ ਹੈ, ਅਕਾਲ ਪੁਰਖ ਇੱਕ ਹੈ। ਉਸ ਹਸਤੀ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਸਰਬ ਵਿਆਪਕ ਹੈ, ਸਦੀਵ ਕਾਲੀ ਹੈ ਅਤੇ ਸਤਿਗੁਰੂ ਦੀ ਕਿਰਪਾ ਰਾਹੀਂ ਉਸ ਦੀ ਸਮਝ ਪੈਂਦੀ ਹੈ, ਉਹਦੇ ਨਾਲ ਸਾਂਝ ਬਣਦੀ ਹੈ। ਭਗਤ ਰਵਿਦਾਸ ਜੀ ਸ਼ਬਦ ਦੇ ਵਿੱਚ ਸਮਝਾ ਰਹੇ ਹਨ। ਆਖਣ ਲੱਗੇ, ਕਹਿੰਦੇ ਤੂੰ ਜਾਣਤ ਮੈਂ ਕਿਛ ਨਹੀਂ, ਭਵ ਖੰਡਨ ਰਾਮ। ਆਖਣ ਲੱਗੇ ਭਵ ਖੰਡਨ ਦਾ ਅਰਥ ਹੁੰਦਾ ਜਨਮ ਮਰਨ ਦਾ ਗੇੜ ਨਾਸ ਕਰਨ ਵਾਲਾ ਅਕਾਲ ਪੁਰਖ, ਜਿਹੜਾ ਕਿ ਇਸ ਸੰਸਾਰ ਸਾਗਰ ਦੇ ਵਿੱਚ, ਸੰਸਾਰ ਸਮੁੰਦਰ ਦੇ ਵਿੱਚ ਸਾਡੇ ਜਨਮ ਮਰਨ ਦੇ ਗੇੜ ਨੂੰ ਮੁਕਾਉਣ ਵਾਲਾ ਹੈ। ਉਹਨੂੰ ਸੰਬੋਧਨ ਕਰ ਰਹੇ ਨੇ, ਇਹ ਜੀਵਾਂ ਦੇ ਜਨਮ ਮਰਨ ਦੇ ਗੇੜ ਨਾਸ ਕਰਨ ਵਾਲੇ ਮੇਰੇ ਰਾਮ, ਮੇਰੇ ਪ੍ਰਭੂ, ਤੂੰ ਜਾਣਤ ਮੈਂ ਕਿਛ ਨਹੀਂ। ਇਹ ਤੂੰ ਜਾਣਦਾ ਹੈ ਕਿ ਮੈਂ ਕੁਛ ਵੀ ਨਹੀਂ ਹਾਂ। ਆਓ ਕਿ ਆਪਣੇ ਅੰਦਰ ਦੀ ਨਿਮਰਤਾ, ਆਪਣੇ ਆਪ ਦੀ ਅੰਦਰ ਦੀ ਹਲੇਮੀ ਟਿਕਾਓ, ਆਪੋ ਭਾਵ ਗਵਾਉਣ ਵਾਲੀ ਜਿਹੜੀ ਬਿਰਤੀ ਹੈ, ਉਸ ਨੂੰ ਇੱਥੇ ਦਰਸਾ ਰਹੇ ਨੇ ਕਿ ਅਕਾਲ ਪੁਰਖ ਤੂੰ ਜਾਣਦਾ ਮੈਂ ਕਿ ਮੈਂ ਕੁਛ ਵੀ ਨਹੀਂ ਇਸ ਸੰਸਾਰ ਦੇ ਅੰਦਰ। ਔਰ ਵੈਸੇ ਵੀ ਮਨੁੱਖ ਕੁਛ ਹੈ ਨਹੀਂ। ਇਹ ਗੱਲ ਵੱਖਰੀ ਹੈ ਕਿ ਰੱਬ ਨੂੰ ਭੁਲਾ ਕੇ ਕੁਛ ਸਮਝਦਾ ਰਹੇ ਔਰ ਆਪਣੇ ਇਸ ਸਰੀਰ ਦਾ, ਤਨ ਪਦਾਰਥਾਂ ਦਾ ਗੁਮਾਨ ਕਰਦਾ ਰਹੇ, ਅਤੇ ਇਹ ਮਨੁੱਖ ਦਾ ਭੁਲੇਖਾ ਹੋ ਸਕਦਾ ਹੈ। ਪਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਹਸਤੀ ਦੇ ਸਾਹਮਣੇ ਸਾਡੀ ਕੋਈ ਹੋਂਦ ਨਹੀਂ, ਕਿ ਸਾਡੀ ਕੋਈ ਪਾਇਆ ਨਹੀਂ ਹੈ। ਉਸ ਹਸਤੀ ਦਾ ਮਾਲਕ ਹੈ। ਆਓ ਕਿ ਆਪਣੇ ਆਪ ਦਿਖਾਣਾ ਕਿ ਮੈਂ ਕੁਛ ਵੀ ਨਹੀਂ ਹਾਂ। ਜਦੋਂ ਸਾਨੂੰ ਜੀਵਨ ਦੇ ਵਿੱਚ ਇਹ ਅਹਿਸਾਸ ਹੋ ਜਾਏ, ਉਸ ਵੇਲੇ ਮਨੁੱਖ ਦੇ ਜੀਵਨ 'ਚ ਇਹ ਗੱਲ ਘਰ ਘਰ ਜਾਂਦੀ ਹੈ ਕਿ ਇਹ ਸੱਚੇ ਪਾਤਸ਼ਾਹ ਸਾਡੇ ਕੋਲੋਂ ਕੀ ਹੁੰਦਾ। ਕਹੋ ਮਨੁੱਖ ਦੇ ਕਿਆ ਹੋਏ ਆਵੈ, ਜੋ ਤਿਸ ਭਾਵੈ ਸੋਈ ਕਰਾਵੈ। ਇਸ ਕੈ ਹਾਥ ਹੋਏ ਤਾਂ ਸਭ ਕੁਛ ਦੇ, ਜੋ ਤਿਸ ਭਾਵੈ ਸੋਈ ਕਰੇ। ਸਮਝ ਆ ਗਈ ਵੀ ਜੀਵਨ ਦੇ ਵਿੱਚ ਮੇਰੇ ਹੱਥ ਕੁਛ ਵੀ ਨਹੀਂ ਹੈ, ਸਭ ਕੁਝ ਅਕਾਲ ਪੁਰਖ ਵਾਹਿਗੁਰੂ ਦੇ, ਉਸਦੇ ਹੱਥ ਵਿੱਚ ਹੈ।
ਤੇ ਇਹ ਗੱਲ ਅਸੀਂ ਜਦੋਂ ਉਸ ਨੂੰ ਅਨੁਭਵ ਕਰਾਂਗੇ, ਅਕਾਲ ਪੁਰਖ ਦੀ ਹਸਤੀ ਨੂੰ ਜਾਣ ਲਵਾਂਗੇ, ਤਾਂ ਇਹ ਗੱਲ ਕਹਿ ਸਕਾਂਗੇ। ਪਰ ਮਹਾਰਾਜ ਕਹਿਣ ਲੱਗੇ ਸਗਲ ਜੀ ਸਰਨਾਗਤੀ ਪ੍ਰਭ ਪੂਰਨ ਕਾਮ। ਹੇ ਸਭਨਾਂ ਦੀਆਂ ਕਾਮਨਾ ਪੂਰੀ ਕਰਨ ਵਾਲੇ ਪ੍ਰਭੂ, ਸਾਰੇ ਜੀਵ ਜੰਤ ਤੇਰੀ ਹੀ ਸ਼ਰਨ ਆਉਂਦੇ ਹਨ। ਹੈਨ ਵੀ ਸਾਰੇ ਉਸਦੀ ਸ਼ਰਨ ਵਿੱਚ, ਆਉਂਦੇ ਵੀ ਉਸਦੀ ਸ਼ਰਨ ਵਿੱਚ ਹੀ ਨੇ। ਹਾਂ, ਅਸੀਂ ਕਈ ਵਾਰੀ ਹੰਕਾਰ ਦੇ ਵਸ ਹੋ ਕੇ ਇਹ ਗੱਲ ਭੁੱਲ ਜਾਂਦੇ ਹਾਂ, ਜਾਂ ਆਪਣੀ ਹਸਤੀ ਨੂੰ, ਆਪਣੀ ਹੋਂਦ ਨੂੰ ਉਸ ਦੇ ਨਾਲੋਂ ਵੱਖਰਾ ਸਮਝਣਾ ਸ਼ੁਰੂ ਕਰ ਦਿੰਦੇ ਹਾਂ। ਪਰ ਸੱਚ ਇਹ ਹੈ ਕਿ ਸਾਰੇ ਜੀਵ ਉਹਦੀ ਸ਼ਰਨ ਹੀ ਆਉਂਦੇ ਹਨ। ਭਾਵ ਕਿ ਉਸ ਤੋਂ ਬਿਨਾਂ ਸਾਡਾ ਹੋਰ ਕੋਈ ਆਸਰਾ ਨਹੀਂ, ਸਾਡਾ ਕੋਈ ਸਹਾਰਾ ਨਹੀਂ, ਉਸ ਤੋਂ ਬਗੈਰ ਸਾਡੀ ਕੋਈ ਹੋਂਦ ਨਹੀਂ ਸੰਸਾਰ ਦੇ ਵਿੱਚ। ਉਹ ਸਾਰੀ ਹੋਂਦ ਦਾ, ਹਸਤੀ ਦਾ ਮਾਲਕ ਹੈ ਅਕਾਲ ਪੁਰਖ ਵਾਹਿਗੁਰੂ। ਫਿਰ ਭਗਤ ਜੀ ਕਹਿਣ ਲੱਗੇ, ਕਹਿੰਦੇ ਦਾਰਿਦ ਦੇਖ ਸਭ ਕੋ ਹਸੈ ਐਸੀ ਦਸ਼ਾ ਹਮਾਰੀ। ਜਿਵੇਂ ਕਿਸੇ ਦੀ ਗਰੀਬੀ ਨੂੰ ਵੇਖ ਕੇ ਹਰੇਕ ਬੰਦਾ ਜਿਹੜਾ ਹੈ ਉਹਦਾ ਮਖੌਲ ਕਰਦਾ ਹੈ। ਤੁਸੀਂ ਵੇਖੋ, ਕੋਈ ਗਰੀਬ ਹੋਵੇ ਤਾਂ ਉਸ ਨੂੰ ਅਕਸਰ ਲੋਕ ਮਖੌਲ ਕਰਦੇ ਨੇ, ਉਸ ਦਾ ਮਜ਼ਾਕ ਉਡਾਉਂਦੇ ਨੇ। ਭਗਤ ਜੀ ਕਹਿੰਦੇ ਨੇ ਇਹੋ ਜਿਹੀ ਦਸ਼ਾ ਕਹਿੰਦੇ ਸਾਡੀ ਹੈ। ਆਓ ਕਿ ਇਹ ਗੱਲ ਸਮਝਾਉਣਾ ਚਾਹੁੰਦੇ ਨੇ ਕਿ ਲੋਕ ਗਰੀਬ ਨੂੰ ਵੇਖ ਕੇ ਹੱਸਦੇ ਹਨ, ਉਹਦਾ ਮਖੌਲ ਉਡਾਉਂਦੇ ਹਨ। ਪਰ ਸੱਚ ਇਹ ਹੈ ਕਿ ਜੋ ਭਗਤ ਰਵਿਦਾਸ ਜੀ ਦੇ ਕੋਲ ਖਜ਼ਾਨਾ ਹੈ, ਜੋ ਉਹਨਾਂ ਨੇ ਬਾਣੀ ਦੇ ਰੂਪ ਦੇ ਵਿੱਚ ਸਾਡੇ ਸਮਕਸ਼ ਰੱਖਿਆ, ਉਹ ਭੋਜਨ ਜਿਹੜਾ ਉਹ ਇਕੱਠਾ ਕੀਤਾ ਉਹਨਾਂ ਨੇ, ਨਾਮ ਰੂਪੀ ਭੋਜਨ, ਗਿਆਨ ਰੂਪੀ ਭੋਜਨ, ਉਹ ਸਦੀਵ ਕਾਲ ਤੱਕ ਉਸ ਭੋਜਨ ਨੂੰ ਅਸੀਂ ਭੋਗਦੇ ਰਵਾਂਗੇ, ਉਸ ਭੋਜਨ ਨੂੰ ਮਾਣਦੇ ਰਵਾਂਗੇ। ਪਰ ਸੰਸਾਰ ਦੇ ਲੋਕਾਂ ਨੂੰ ਇਹ ਸਮਝਾਉਣ ਵਾਸਤੇ ਕਿ ਜਿਹੜੇ ਲੋਕ ਅਹੰਕਾਰ ਦੇ ਵਿੱਚ ਖਚਿਤ ਹੋ ਕੇ ਆਪਣੀ ਜ਼ਿੰਦਗੀ ਨੂੰ ਬਰਬਾਦ ਕਰਦੇ ਨੇ ਔਰ ਅਹੰਕਾਰ ਦੇ ਵਸ ਜੀਵਨ ਜੀਵਦੇ ਹਨ। ਕਿਉਂਕਿ ਦੋ ਤਰ੍ਹਾਂ ਦੀ ਗਰੀਬੀ, ਇੱਕ ਉਹ ਗਰੀਬੀ ਹੈ ਜਿਹੜੇ ਕਿ ਸਾਡੇ ਜੀਵਨ ਵਿੱਚ ਸਰੀਰਕ ਤੌਰ ਤੋਂ ਅਸੀਂ ਦੇਖਦੇ ਹਾਂ ਕਿ ਧਨ ਪਦਾਰਥਾਂ ਦੀ ਘਾਟ ਹੋਣੀ, ਭਾਵ ਕਿ ਸਹੂਲਤਾਂ ਦੀ ਘਾਟ ਹੋਣੀ, ਸਹੂਲਤਾਂ ਪੂਰੀਆਂ ਨਾ ਹੋਣੀਆਂ। ਐਸਾ ਸਮਾਂ ਆ ਜਾਣਾ ਜਦੋਂ ਕਿ ਬੰਦਾ ਰੋਟੀ ਤੋਂ ਵੀ ਆਤਰ ਹੋ ਜਾਏ ਅਤੇ ਉਸ ਨੂੰ ਲੋਕ ਗਰੀਬ ਦੇਖ ਕੇ ਉਸਦੇ ਨੇੜੇ ਨਹੀਂ ਜਾਂਦੇ। ਔਰ ਭਗਤ ਕਬੀਰ ਸਾਹਿਬ ਨੇ ਤਾਂ ਬੜਾ ਸਪਸ਼ਟ ਲਿਖਿਆ ਹੈ, ਕਹਿੰਦੇ ਨਿਰਧਨ ਆਦਰ ਕੋ ਨਾ ਦੇ। ਵੀ ਨਿਰਧਨ ਮਨੁੱਖ ਨੂੰ ਕੋਈ ਵੀ ਆਦਰ ਨਹੀਂ ਦਿੰਦਾ, ਕੋਈ ਸਤਿਕਾਰ ਨਹੀਂ ਕਰਦਾ। ਕਹਿੰਦੇ ਜੋ ਸੜਧਨ ਨਿਰਧਨ ਕਹਿ ਜਾਏ, ਜੋ ਸੜਧਨ ਮਨੁੱਖ ਨਿਰਧਨ 'ਤੇ ਜਾਂਦਾ ਹੈ, ਕਹਿੰਦੇ ਨੇ ਉਸ ਨੂੰ ਆਦਰ ਸਤਿਕਾਰ ਗਰੀਬ ਬੜਾ ਕਰਦਾ ਹੈ। ਪਰ ਜੇ ਕਿਤੇ ਨਿਰਧਨ ਮਨੁੱਖ ਅਮੀਰ ਦੇ ਘਰ ਚਲਾ ਜਾਏ, ਜੋ ਨਿਰਧਨ ਸਰਧਨ ਕਹਿ ਜਾਏ, ਆਗੇ ਬੈਠਾ ਪੀਠ ਫਿਰਾਏ। ਭਾਵ ਕਿ ਅੱਗੋਂ ਉਹਦਾ ਕੋਈ ਸਤਿਕਾਰ ਨਹੀਂ, ਆਓ ਭਗਤ ਨਹੀਂ। ਪਰ ਜੇ ਇੱਕ ਗਰੀਬ ਦੇ ਘਰ ਕੋਈ ਅਮੀਰ ਬੰਦਾ ਜਾਂਦਾ, ਉਸ ਦਾ ਬੜਾ ਸਤਿਕਾਰ, ਆਓ ਭਗਤ ਕਰਦਾ ਹੈ, ਜੀ ਆਇਆਂ ਨੂੰ ਕਰਦਾ ਹੈ। ਇਸ ਕਰਕੇ ਗੁਰਮਤਿ ਕਹਿੰਦੀ ਹੈ, ਕਹਿੰਦੇ ਇੱਕ ਗਰੀਬੀ ਉਹ ਹੈ ਜਿਹੜੇ ਕਿ ਸਰੀਰਕ ਤੌਰ ਤੋਂ, ਬਾਹਰੀ ਤੌਰ ਤੋਂ ਮਨੁੱਖ ਦੇ ਕੋਲ ਸਹੂਲਤਾਂ ਦੀ ਘਾਟ ਹੈ। ਔਰ ਕੁਝ ਉਹ ਨੇ ਜਿਨ੍ਹਾਂ ਕੋਲ ਸਹੂਲਤਾਂ ਬਹੁਤ ਨੇ ਸੰਸਾਰ ਦੇ ਵਿੱਚ, ਪਰ ਉਹਨਾਂ ਦੇ ਜੀਵਨ ਵਿੱਚ ਰੱਬੀ ਗਿਆਨ ਨਹੀਂ, ਜੀਵਨ ਦੀ ਸਮਝ ਨਹੀਂ, ਜੀਵਨ ਦੀ ਸੋਝੀ ਨਹੀਂ। ਸੰਸਾਰ ਦੇ ਲੋਕਾਂ ਦੇ ਮੁਤਾਬਿਕ ਉਹ ਲੋਕ ਵੱਡੇ ਹਨ, ਅਮੀਰ ਸਮਝੇ ਜਾਂਦੇ ਹਨ ਜਿਨ੍ਹਾਂ ਕੋਲ ਦੁਨੀਆ ਦੇ ਧਨ ਪਦਾਰਥ ਹਨ। ਪਰ ਜਦੋਂ ਗੁਰਮਤਿ ਦੇ ਕੋਲੋਂ ਪੁੱਛੀਏ ਤਾਂ ਗੁਰੂ ਸਾਹਿਬ ਕਹਿੰਦੇ ਨੇ ਸੰਸਾਰ ਕਹਿੰਦਾ ਕੌਣ ਵੱਡਾ ਮਾਇਆ ਵਡਿਆਈ। ਕੌਣ ਵੱਡਾ ਜਿਹਦੇ ਕੋਲ ਮਾਇਆ ਬਹੁਤ ਹੈ। ਪਰ ਸਤਿ ਕਹਿੰਦੇ ਸੋ ਵੱਡਾ ਜਿਨ ਰਾਮ ਨੇ ਬੁਲਾਈ। ਮਾਰ ਕਹਿੰਦੇ ਉਹ ਮਨੁੱਖ ਸਾਡੀ ਨਜ਼ਰ 'ਚ ਵੱਡਾ ਹੈ ਜਿਹੜਾ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਆਪਣੀ ਸੁਰਤ ਨੂੰ, ਆਪਣੇ ਮਨ ਨੂੰ ਜੋੜਦਾ ਹੈ। ਕਿਉਂਕਿ ਜਦੋਂ ਸਾਡਾ ਮਨ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਜੁੜ ਗਿਆ, ਉਸ ਦੀ ਰਜਾ ਵਿੱਚ ਅਸੀਂ ਆਪਣੇ ਆਪ ਨੂੰ ਰੱਖ ਲਿਆ, ਫਿਰ ਜਿਸ ਹਾਲਤ ਵਿੱਚ ਵੀ ਰਵਾਂਗੇ ਅਸੀਂ ਆਨੰਦਿਤ ਰਵਾਂਗੇ। ਕਿਉਂਕਿ ਜਦੋਂ ਲਿਵ ਪਰਮਾਤਮਾ ਨਾਲ ਜੁੜ ਗਈ ਅਤੇ ਉਸਨੇ ਜੋ ਵੀ ਦਾਤਾਂ ਦਿੱਤੀਆਂ ਮਾਨਣ ਵਾਸਤੇ ਉਹਦਾ ਧੰਨਵਾਦ ਹੋਏਗਾ, ਸ਼ੁਕਰਾਨਾ ਹੋਏਗਾ ਅਕਾਲ ਪੁਰਖ ਵਾਹਿਗੁਰੂ। ਇਸ ਕਰਕੇ ਭਗਤ ਜੀ ਇੱਥੇ ਸਾਨੂੰ ਇਹ ਵਿਚਾਰ ਸਮਝਾਉਣਾ ਚਾਹੁੰਦੇ ਨੇ ਕਿ ਬਾਹਰੋਂ ਜਿਹੜੀ ਗਰੀਬੀ ਹੈ ਉਸ ਨੂੰ ਵੇਖ ਕੇ, ਭਾਵ ਕਿ ਹਰੇਕ ਬੰਦਾ ਗਰੀਬੀ ਦੀ ਮਖੌਲ ਉਡਾਉਂਦਾ ਹੈ। ਔਰ ਕਹਿਣ ਲੱਗੇ ਇਹੋ ਜਿਹੀ ਹਾਲਤ ਜਿਹੜੀ ਹੈ ਉਹ ਮੇਰੀ ਵੀ ਹੈ। ਲੋਕ ਮੇਰੀ ਗਰੀਬੀ 'ਤੇ ਵੀ ਕਹਿੰਦੇ ਨੇ ਮਖੌਲ ਕਰਿਆ ਕਰਦੇ ਹਨ।
ਬੜੇ ਲੋਕ ਮਖੌਲ ਕਰਦੇ ਸਨ ਮੇਰੀ ਗਰੀਬੀ ਦੇ ਉੱਤੇ, ਬੜੇ ਠਾਟੇ ਤੇ ਮਜ਼ਾਕ ਕਰਦੇ ਸਨ ਵੀ ਝੁੱਗੀ ਵਿੱਚ ਰਹਿੰਦਾ ਹੈ, ਪਸ਼ੂਆਂ ਦਾ ਚਮ ਲੈਂਦਾ, ਚਮਿਆਰ ਹੈ। ਭਗਤ ਜੀ ਕਹਿੰਦੇ ਇਸ ਗਰੀਬੀ ਦੇ ਉੱਤੇ ਲੋਕ ਬੜਾ ਹੱਸਦੇ ਸਨ, ਪਰ ਹੁਣ ਕਿਰਪਾ ਹੋ ਗਈ ਕਿ ਹੁਣ ਦੁਨੀਆ ਦੇ ਜਿਹੜੇ ਪਦਾਰਥ ਨੇ, ਕਹਿੰਦੇ ਉਹ ਹੁਣ ਅਕਾਲ ਪੁਰਖ ਦੀ ਕਿਰਪਾ ਦੇ ਨਾਲ, ਉਹਦੀ ਬਖਸ਼ਿਸ਼ ਦੇ ਨਾਲ, ਕਹਿੰਦੇ ਉਹ ਸਾਰੇ ਪਦਾਰਥ ਮੇਰੇ ਮਾਲਕ ਪ੍ਰਭੂ ਨੇ ਮੇਰੇ ਹੱਥ ਦੀ ਤਲੀ ਦੇ ਉੱਤੇ ਰੱਖ ਦਿੱਤੇ ਹਨ। ਭਾਵ ਕਿ ਹੁਣ 18 ਸਿੱਧੀਆਂ ਮੇਰੇ ਹੱਥ ਦੀ ਤਲੀ ਉੱਤੇ ਨੱਚਦੀਆਂ ਹਨ। ਅਸ਼ਟ ਦਸਾ ਸਿੱਧ ਕਰ ਤਲੈ, ਭਾਵ ਕਿ 10 8 18 ਸਿੱਧੀਆਂ ਜਿਹੜੀਆਂ ਇਹ ਕਹਿੰਦੇ ਮੇਰੇ ਹੱਥ ਦੀ ਤਲੀ ਦੇ ਉੱਤੇ ਨੱਚਦੀਆਂ ਫਿਰਦੀਆਂ ਹਨ। ਇਹਨੂੰ ਆਪਾਂ ਪੜ੍ਹਦੇ ਹਾਂ, ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹਿ, ਏਕ ਸ਼ਬਦ ਲਿਵ ਲਾਏ ਨਵ ਨਿਧੀ, 18 ਸਿੱਧੀ ਪਿੱਛੇ ਲੱਗਿਆ ਫਿਰਾਂ, ਜੋ ਹਰ ਹਿਰਦੈ ਸਦਾ ਵਸਾਏ। ਭਗਤ ਜੀ ਕਹਿਣ ਲੱਗੇ, ਕਹਿੰਦੇ ਹੁਣ ਇਹ 18 ਸਿੱਧੀਆਂ ਮੇਰੇ ਹੱਥ ਦੀ ਤਲੀ ਤੇ ਨੱਚਦੀਆਂ ਹਨ, ਤੇ ਆਖਣ ਲੱਗੇ ਇਹ ਜਿਹੜੀ ਕਿਰਪਾ ਹੋਈ ਹੈ ਮੇਰੇ ਉੱਤੇ, ਇਹ ਜਿਹੜੀ ਬਖਸ਼ਿਸ਼ ਮੈਨੂੰ ਪ੍ਰਾਪਤ ਹੋਈ ਹੈ, ਇਹ ਅਕਾਲ ਪੁਰਖ ਵਾਹਿਗੁਰੂ ਤੇਰੀ ਹੋਈ ਹੈ। ਇਹ ਤੇਰੀ ਕਿਰਪਾ ਨਾਲ ਹੋਇਆ ਸਾਰਾ ਕੁਛ। ਲੋਕ ਮੇਰੀ ਗਰੀਬੀ ਨੂੰ ਦੇਖ ਕੇ, ਜੋ ਮੇਰੇ ਕੋਲ ਗਰੀਬੀ ਸੀ, ਜੋ ਮੇਰੀ ਤਰਸਯੋਗ ਹਾਲਤ ਸੀ, ਉਹਨੂੰ ਦੇਖ ਕੇ ਲੋਕ ਮਖੌਲ ਕਰਦੇ ਸਨ, ਪਰ ਅੱਜ ਤੇਰੇ ਨਾਮ ਦੀ ਬਰਕਤ ਦੇ ਨਾਲ, ਤੇਰੀ ਸ਼ਰਨ ਵਿੱਚ ਆਉਣ ਦੇ ਨਾਲ, ਤੇਰਾ ਨਾਮ ਜਪਣ ਦੇ ਨਾਲ, ਉਹ ਰੱਬੀ ਗਿਆਨ ਹਾਸਲ ਹੋਣ ਦੇ ਨਾਲ ਕੀ ਹੋਇਆ ਕਿ ਅਸ਼ਟ ਦਸਾ ਸਿੱਧ ਕਰਤ ਲੈ, ਸਭ ਕਿਰਪਾ ਤੁਮਾਰੀ, ਪਰ ਇਹ ਸਭ ਤੇਰੀ ਕਿਰਪਾ ਹੈ। ਮੈਂ ਸਮਝਦਾ ਵੀ ਤੇਰੀ ਕਿਰਪਾ ਤੋਂ ਬਿਨਾਂ ਤੇਰੇ ਨਾਮ ਦੀ ਦਾਤ, ਰੱਬੀ ਗਿਆਨ ਜਿਹੜਾ ਉਹ ਪ੍ਰਾਪਤ ਨਹੀਂ ਹੋ ਸਕਦਾ। ਭਾਵੇਂ ਦੁਨਿਆਵੀ ਦੌਲਤ ਭਗਤ ਰਵਿਦਾਸ ਜੀ ਕੋਲ ਨਹੀਂ ਸੀ, ਪਰ ਜਦੋਂ ਅਸੀਂ ਅਧਿਆਤਮ ਦੀ ਗੱਲ ਕਰਦੇ ਹਾਂ, ਰੱਬੀ ਗਿਆਨ ਦੀ ਗੱਲ ਕਰਦੇ ਹਾਂ, ਅੱਜ ਸਾਰੀ ਦੁਨੀਆ ਉਹਨਾਂ ਦੇ ਕੋਲ ਰੂਹਾਨੀ ਜੀਵਨ ਦਾ ਗਿਆਨ ਜਿਹੜਾ ਹੈ ਉਹ ਲੈ ਕੇ ਉਸ ਸਫ਼ਰ ਨੂੰ ਤੈਅ ਕਰਨਾ ਚਾਹੁੰਦੇ ਸੀ, ਵੀ ਜਿਹੜਾ ਸਫ਼ਰ ਭਗਤ ਰਵਿਦਾਸ ਜੀ ਨੇ ਆਪਣੀ ਜ਼ਿੰਦਗੀ ਵਿੱਚ ਤੈਅ ਕੀਤਾ, ਜਿਸ ਮੰਜ਼ਿਲ ਤੱਕ ਉਹ ਪਹੁੰਚ ਗਏ, ਉਹ ਮੰਜ਼ਿਲ ਕਿਤੇ ਸਾਨੂੰ ਹਾਸਲ ਹੋ ਜਾਏ। ਕਿਉਂਕਿ ਜਿਹੜਾ ਦੁਨਿਆਵੀ ਗਿਆਨ ਹੈ ਇਹ ਸਦੀਵ ਕਾਲੀਨ ਹੈ। ਉਸ ਵੇਲੇ ਭਗਤ ਰਵਿਦਾਸ ਜੀ ਦੇ ਸਮੇਂ ਜਿਨ੍ਹਾਂ ਕੋਲ ਦੁਨਿਆਵੀ ਗਿਆਨ ਧਨ ਸੀ, ਬੜੇ ਅਮੀਰ ਸਨ, ਬੜੇ ਪਦਾਰਥ ਸਨ, ਅੱਜ ਦੁਨੀਆ ਵਿੱਚ ਉਹਨਾਂ ਨੂੰ ਕੋਈ ਨਹੀਂ ਜਾਣਦਾ। ਪਰ ਭਗਤ ਰਵਿਦਾਸ ਜੀ ਨੂੰ ਜੋ ਰੂਹਾਨੀ ਗਿਆਨ ਹਾਸਲ ਹੋਇਆ, ਅੱਜ ਸਾਰਾ ਸੰਸਾਰ ਉਹਨਾਂ ਨੂੰ ਜਾਣਦਾ ਹੈ, ਔਰ ਉਸ ਗਿਆਨ ਵਿੱਚੋਂ ਕਿਤਨੇ ਲੋਕ ਆਤਮਿਕ ਜ਼ਿੰਦਗੀ ਹਾਸਲ ਕਰ ਰਹੇ ਹਨ। ਸਾਡੀ ਅਧਿਆਤਮ ਦੀ ਖੁਰਾਕ ਉਹਨਾਂ ਦਾ ਗਿਆਨ ਬਣ ਰਿਹਾ ਹੈ। ਉਹ ਸਾਨੂੰ ਅੱਜ ਵੀ ਸਾਡੇ ਜੀਵਨ ਨੂੰ ਖੁਰਾਕ ਦੇ ਕੇ ਸਾਡੇ ਅੰਦਰ ਨੂੰ ਤਕੜਾ ਕਰ ਰਹੇ ਹਨ। ਇੱਕ ਹੁੰਦਾ ਦੁਨਿਆਵੀ ਪਦਾਰਥ ਲੋਕਾਂ ਕੋਲ ਹੁੰਦੇ ਨੇ, ਬਾਹਰੋਂ ਭੋਜਨ ਛਕਾ ਕੇ ਲੋਕਾਂ ਦੇ ਸਰੀਰ ਦੀ ਪਾਲਣਾ ਕਰਦੇ ਨੇ, ਪਰ ਭਗਤ ਰਵਿਦਾਸ ਤਾਂ ਸੰਸਾਰ ਦੇ ਵਿੱਚ, ਭਾਵੇਂ ਉਹ ਅੱਜ ਸਰੀਰ ਕਰਕੇ ਸਾਡੇ ਵਿੱਚ ਨਹੀਂ, ਪਰ ਰਹਿੰਦੀ ਦੁਨੀਆ ਤੱਕ ਲੋਕਾਂ ਨੂੰ ਆਪਣੇ ਗਿਆਨ ਰੂਪੀ ਭੋਜਨ ਰਾਹੀਂ ਉਹ ਤ੍ਰਿਪਤ ਕਰਦੇ ਰਹਿਣਗੇ। ਕਿਤਨਾ ਦੀਆਂ ਅੰਦਰ ਦੀਆਂ ਜਿਹੜੀਆਂ ਭੁੱਖਾਂ ਨੇ ਉਹਨਾਂ ਨੂੰ ਮੁਕਾਉਂਦੇ ਰਹਿਣਗੇ। ਪਰ ਭਗਤ ਜੀ ਕਹਿੰਦੇ ਇਹ ਜੋ ਅੱਜ ਮੇਰੇ ਉੱਤੇ ਕਿਰਪਾ ਹੋਈ ਹੈ ਨਾ, ਇਹ ਅਕਾਲ ਪੁਰਖ ਵਾਹਿਗੁਰੂ, ਮੈਂ ਆਪ ਇਹ ਕਿਰਪਾ ਹਾਸਲ ਨਹੀਂ ਕੀਤੀ ਜਾਂ ਮੇਰੇ ਕਰਕੇ ਨਹੀਂ, ਇਹ ਸਭ ਤੁਹਾਡੀ ਕਿਰਪਾ ਹੈ, ਸਭ ਕਿਰਪਾ ਤੁਮਾਰੀ, ਸਾਰੀ ਤੇਰੀ ਕਿਰਪਾ ਹੈ, ਕਿਉਂਕਿ ਇਹ ਦਾਤ ਤੇਰੇ ਹੱਥ ਵਿੱਚ ਹੈ, ਇਹ ਤੇਰੀ ਬਖਸ਼ਿਸ਼ ਹੋਈ ਹੈ। ਫਿਰ ਕਹਿਣ ਲੱਗੇ ਜੋ ਤੇਰੀ ਸਰਨਾਗਤਾ ਤਿੰਨ ਨਾਹੀ ਭਾਰ, ਹੇ ਅਕਾਲ ਪੁਰਖ ਵਾਹਿਗੁਰੂ, ਜਿਹੜੇ ਤੇਰੇ ਸ਼ਰਨ ਆ ਜਾਂਦੇ ਨੇ, ਕਹਿੰਦੇ ਉਹਨਾਂ ਦੇ ਜੀਵਨ ਵਿੱਚ ਕੋਈ ਵਿਕਾਰਾਂ ਦਾ ਜਿਹੜਾ ਬੋਝ ਹੈ ਉਹ ਨਹੀਂ ਰਹਿੰਦਾ। ਭਾਰ ਦਾ ਅਰਥ ਹੈ ਬੋਝ। ਨਹੀਂ ਤਾਂ ਵਿਕਾਰ ਜਿਹੜੇ ਨੇ ਉਹ ਸਾਡੇ ਉੱਤੇ ਭਾਰੂ ਬਣ ਕੇ ਚਿਮਟੇ ਰਹਿੰਦੇ ਹਨ। ਵਿਕਾਰਾਂ ਦਾ ਬੋਝ ਕੀ ਹੈ? ਕੋਠੀ ਦੂਜੇ ਨੇ ਪਾਈ ਹੈ, ਈਰਖਾ ਦਾ ਬੋਝ ਮੇਰੇ ਮਨ ਦੇ ਉੱਤੇ। ਕੱਪੜੇ ਦੂਜੇ ਨੇ ਚੰਗੇ ਪਾਏ ਨੇ, ਈਰਖਾ ਮੇਰੇ ਮਨ ਦੇ ਵਿੱਚ, ਇਹ ਭਾਰ ਹੀ ਮੇਰੇ ਉੱਤੇ। ਕਿਸੇ ਦਾ ਬੱਚਾ ਕੋਈ ਕਾਮਯਾਬ ਹੋ ਗਿਆ, ਭਾਰ ਮੇਰੇ ਉੱਤੇ ਵੀ ਉਹਦਾ ਬੱਚਾ ਕਿਉਂ ਕਾਮਯਾਬ ਹੋ ਗਿਆ, ਇਹ ਭਾਰ ਮੈਂ ਆਪਣੇ ਮਨ ਦੇ ਉੱਤੇ ਲੱਦਿਆ ਹੋਇਆ। ਕਿਸੇ ਨੇ ਮਿਹਨਤ ਕਰਕੇ ਤਰੱਕੀ ਕਰ ਲਈ ਤੇ ਉਹ ਤਰੱਕੀ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੁੰਦੀ, ਉਹ ਭਾਰ ਮੈਂ ਆਪਣੇ ਮਨ ਦੇ ਵਿੱਚ ਰੱਖਿਆ ਹੋਇਆ। ਇਹ ਬੋਝ ਹੀ ਹੈ ਸਾਡੇ ਉੱਤੇ, ਇਹ ਭਾਰ ਹੀ ਲੱਦੀ ਫਿਰਦੇ ਅਸੀਂ। ਔਰ ਇੱਕ ਨਹੀਂ, ਜਗਤ ਦੇ ਕਿਤਨੇ ਲੋਕ ਇਹ ਭਾਰ ਲੱਦੀ ਫਿਰਦੇ ਨੇ। ਜਿਹੜਾ ਵਿਕਾਰਾਂ ਦਾ ਭਾਰ ਹੈ, ਜਿਹੜਾ ਈਰਖਾ ਦਾ ਭਾਰ ਹੈ, ਨਿੰਦਾ ਚੁਗਲੀ ਮੇੜ ਤੇੜ ਦਾ ਭਾਰ ਹੈ। ਬਾਣੀ ਦੇ ਅਭਿਆਸੀ ਹੋਵਾਂਗੇ ਤਾਂ ਸਤਿਗੁਰੂ ਜੀ ਆਖਣਗੇ ਵੀ ਤੂੰ ਕਿਤਨਾ ਕੋਈ ਭਾਰ ਸੰਸਾਰ ਦਾ ਲੱਦੀ ਫਿਰਦਾ ਹੈ।
ਤੇ ਜਦੋਂ ਅਸੀਂ ਗੁਰੂ ਸਾਹਿਬ ਦੀ ਸ਼ਰਨ 'ਚ ਆ ਜਾਵਾਂਗੇ ਨਾ, ਤਾਂ ਉਸ ਵੇਲੇ ਗੁਰੂ ਸਾਹਿਬ ਦੱਸਣਗੇ ਵੀ ਕਿਸੇ ਦੀ ਈਰਖਾ ਕਰਨੀ ਛੱਡ ਦੇ, ਦ્વੈਤ ਭਾਵਨਾ ਇਹ ਸਾੜਾ ਛੱਡ ਦੇ, ਨਿੰਦਾ ਕਰਨੀ ਛੱਡ ਦੇ, ਦੂਜਿਆਂ ਦੀ ਨਿੰਦਾ ਦੀ ਪੰਡ ਤੂੰ ਸਿਰ ਤੇ ਬਣ ਕੇ ਰੱਖੀ। ਕਿਉਂਕਿ ਸਾਡੀ ਤਾਂ ਹਾਲਤ ਐਸੀ ਹੈ, ਵਿਕਾਰ ਪਾਥਰ ਗਲੇ ਬਾਂਧਿਓ ਨਿੰਦ ਪੋਟ ਸਰਾਏ। ਸਾਧੂ ਕਹਿੰਦੇ ਤੂੰ ਵਿਕਾਰ ਦੇ ਪੱਥਰ ਗਲੇ ਨੂੰ ਬੰਨੇ ਨੇ, ਭਾਰ ਗਲੇ ਨੂੰ ਬੰਨਿਆ ਹੋਇਆ, ਤੇ ਨਿੰਦ ਪੋਟ ਸਰਾਏ, ਨਿੰਦਾ ਦੀ ਪੰਡ ਸਿਰ ਤੇ ਰੱਖੀ ਹੋਈ ਹੈ। ਜਿਵੇਂ ਕਹਿੰਦੇ ਮਹਾ ਸਾਗਰ ਸਮੁੰਦਰ ਲੰਘਣਾ ਪਾਰ ਨਾ ਪਰਨਾ ਜਾਏ। ਕਹਿੰਦੇ ਸਮੁੰਦਰ ਨੂੰ ਤੇ ਲੰਘਣਾ ਉਂਝ ਹੀ ਔਖਾ ਹੈ, ਪਰ ਤੇਰਾ ਪਾਰ ਹੋਣਾ ਤਾਂ ਬਿਲਕੁਲ ਹੀ ਨਾਮੁਮਕਿਨ ਹੈ। ਕਿਉਂ? ਕਿਉਂਕਿ ਤੂੰ ਤਾਂ ਸਿਰ ਦੇ ਵਿੱਚ ਤੇ ਨਿੰਦਾ ਦੀ ਪੰਡ ਰੱਖੀ ਹੋਈ ਹੈ, ਵਿਕਾਰਾਂ ਦੇ ਪੱਥਰ ਗਲੇ ਨੂੰ ਬੰਨੇ ਹੋਏ ਨੇ। ਅੱਜ ਤੁਸੀਂ ਸੰਸਾਰ 'ਚ ਵਿਚਰਦਿਆਂ ਦੇਖੋਗੇ ਨਾ, ਬਹੁਤ ਸਾਰੀਆਂ ਚੀਜ਼ਾਂ ਜਿਸ ਦਾ ਸਾਡੇ ਨਾਲ ਕੋਈ ਮਤਲਬ ਨਹੀਂ, ਰਹਿਣਾ ਦੇਣਾ ਨਹੀਂ, ਅਸੀਂ ਐਵੇਂ ਹੀ ਬਹੁਤ ਸਾਰੇ ਬੋਝ ਆਪਣੇ ਮਨਾਂ 'ਤੇ ਰੱਖਦੇ ਹਾਂ। ਤਾਂ ਹੀ ਗੁਰਬਾਣੀ ਕਹਿੰਦੀ ਹੈ ਵੀ ਤੂੰ ਜੀਵਨ 'ਚ ਕੀਤਾ ਕਿ ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁਟਕਿਓ ਦੇਵਾ, ਪਰ ਨਿੰਦਾ ਮੁਖਤੇ ਨਹੀਂ ਛੁੱਟੀ, ਨੇਫਲ ਪਈ ਸਭ ਸੇਵਾ। ਜੋ ਤੂੰ ਕਰ ਰਿਹਾ ਤੇਰਾ ਤਾਂ ਸਾਰਾ ਕਿਤੋਂ ਹੀ ਨੇਫਲ ਜਾ ਰਿਹਾ ਸੰਸਾਰ ਦੇ ਵਿੱਚ। ਇਤਨੀ ਸੇਵਾ ਕਰਦਾ, ਸਿਮਰਨ ਕਰਦਾ, ਦਾਨ ਪੁੰਨ ਕਰਦਾ, ਧਰਮ ਕਰਮ ਕਰਦਾ, ਪਰ ਲਾਭ ਕੀ ਹੋਇਆ? ਦੇਖੋ ਸਾਡਾ ਨਾਮ ਜਪਣ ਦਾ, ਸੇਵਾ ਕਰਨ ਦਾ ਅਰਥ ਸੀ ਕਿ ਜੀਵਨ 'ਚੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਾ, ਚੁਗਲੀ ਜੀਵਨ 'ਚੋਂ ਮਿਸ ਜਾਂਦੀ। ਇਹ ਜੀਵਨ 'ਚੋਂ ਪਰੇ ਹੋ ਜਾਂਦੇ। ਪਰ ਧਨ ਪਰ ਤਨ ਪਰਤੀ ਨਿੰਦਾ, ਪਰ ਅਪਵਾਦ ਨਾ ਛੁੱਟੈ। ਇਹ ਛੁੱਟਿਆ ਨਹੀਂ ਜੀਵਨ ਵਿੱਚੋਂ ਇਤਨਾ ਕੁਝ ਕਰਨ ਤੋਂ ਬਾਅਦ ਵੀ। ਉਸਦੀ ਸ਼ਰਨ ਵਿੱਚ ਆਉਣ ਦਾ, ਉਸਦੇ ਨਾਮ ਜਪਣ ਦਾ ਇਹੀ ਲਾਭ ਹੈ ਕਿ ਇਹ ਭਾਰ ਸਾਡੇ ਜੀਵਨ ਵਿੱਚੋਂ ਨਾ ਪਵੇ। ਦੁਨੀਆ ਦੇ ਲੋਕ ਇਹ ਭਾਰ ਲੱਦੀ ਫਿਰਦੇ ਹਨ। ਭਗਤ ਰਵਿਦਾਸ ਜੀ ਕਹਿੰਦੇ ਪਰ ਜਦੋਂ ਤੂੰ ਤੇਰੀ ਸ਼ਰਨ 'ਚ ਆਇਆ ਨਾ, ਜੋ ਤੇਰੀ ਸ਼ਰਨਾਗਤੀ, ਜਿਹੜੇ ਤੇਰੇ ਸ਼ਰਨ ਵਿੱਚ ਆਉਂਦੇ ਹਨ, ਤਿੰਨ ਨਾ ਹੀ ਭਾਰ, ਉਹਨਾਂ ਨੂੰ ਵਿਕਾਰਾਂ ਦਾ ਕੋਈ ਬੋਝ ਨਹੀਂ ਰਹਿੰਦਾ। ਤੇ ਆਖਣ ਲੱਗੇ ਊਚ ਨੀਚ ਤੁਮ ਤੇ ਤਰੇ। ਕਹਿੰਦੇ ਤੇਰੀ ਮਿਹਰ ਦੇ ਨਾਲ, ਕਹਿੰਦੇ ਸੰਸਾਰ ਦੇ ਵਿੱਚੋਂ ਜਿਹੜੇ ਆਪਣੇ ਨੂੰ ਨੀਵਾਂ ਸਮਝਦੇ ਸਨ, ਉੱਚੇ ਸਮਝਦੇ ਹਨ, ਤੇਰੀ ਕਿਰਪਾ ਨਾਲ ਸਾਰੇ ਤਰ ਜਾਂਦੇ ਹਨ। ਆਲਜ ਸੰਸਾਰ, ਇੱਥੇ ਜਿਹੜਾ ਆਲਜ ਅੱਖਰ ਜਿਹੜਾ ਵਰਤਿਆ ਗਿਆ ਹੈ, ਉਸ ਦਾ ਅਰਥ ਹੈ ਨਿਰਲਜ। ਭਾਵ ਕਿ ਇਹ ਸੰਸਾਰ ਜਿਹੜਾ ਹੈ ਨਿਰਲਜ ਹੈ। ਭਾਵ ਕਿ ਗ੍ਰਸਤ ਦੇ ਜੰਜਾਲਾਂ ਤੋਂ ਪੈਦਾ ਹੋਇਆ, ਇਹ ਜੰਜਾਲ ਭਰਿਆ ਹੋਇਆ ਸੰਸਾਰ ਹੈ। ਇਹ ਸੰਸਾਰ ਇਹਨਾਂ ਜੰਜਾਲਾਂ ਦੇ ਵਿੱਚ ਪਿਆ ਹੋਇਆ, ਜਿਹਨਾਂ ਜੰਜਾਲਾਂ ਵਿੱਚ ਇਸ ਸੰਸਾਰ ਜਿਹੜਾ ਹੈ, ਇਹ ਦੁਨੀਆ ਦਾ ਭਾਲ ਲੱਦ ਕੇ ਤੋਰਿਆ ਹੈ। ਪਰ ਜਦੋਂ ਤੇਰੀ ਕੋਈ ਸ਼ਰਨ 'ਚ ਆ ਜਾਂਦਾ ਹੈ, ਤੇਰੀ ਜਦੋਂ ਕਿਰਪਾ ਹੋ ਜਾਂਦੀ ਹੈ, ਭਾਵੇਂ ਕੋਈ ਉੱਚੇ ਗੁਣ ਵਾਲਾ ਹੋਵੇ, ਭਾਵੇਂ ਨੀਵੇਂ ਔਗਣਾ ਵਾਲਾ ਹੋਵੇ, ਤੇਰੀ ਕਿਰਪਾ ਨਾਲ ਸਾਰੇ ਤਰ ਜਾਂਦੇ ਹਨ, ਉਸ ਭਵ ਸਾਗਰ ਤੋਂ ਪਾਰ ਹੋ ਜਾਂਦੇ ਨੇ। ਭਗਤ ਰਵਿਦਾਸ ਜੀ ਆਖ ਰਹੇ ਨੇ। ਫਿਰ ਕਹਿਣ ਲੱਗੇ ਕਹਿ ਰਵਿਦਾਸ ਅਕਥ ਕਥਾ, ਹੇ ਪਰਮਾਤਮਾ ਤੇਰੀ ਜਿਹੜੀ ਕਥਾ ਹੈ ਉਹ ਬਿਆਨ ਤੋਂ ਪਰੇ ਹੈ, ਕਥੀ ਨਹੀਂ ਜਾ ਸਕਦੀ। ਤੈਨੂੰ ਕਥਿਆ ਨਹੀਂ ਜਾ ਸਕਦਾ, ਤੈਨੂੰ ਪੂਰਨ ਬਿਆਨ ਨਹੀਂ ਕੀਤਾ ਜਾ ਸਕਦਾ। ਕਹਿਣ ਲੱਗੇ ਬਹੁ ਕਾਏ ਕਰੀ ਜੈ। ਬਹੁਤ ਅਰਥ ਹੈ ਬਹੁਤ ਗੱਲ, ਕਾਏ ਦਾ ਅਰਥ ਕਿਸ ਲਈ ਕਰੀਏ। ਕਹੋ ਕਿ ਬਹੁਤੀ ਗੱਲ ਕਿਸ ਲਈ ਕਰੀਏ, ਕਿਉਂਕਿ ਤੇਰੀ ਜਿਹੜੀ ਅਕਥ ਕਥਾ ਹੈ ਉਹ ਕਥੀ ਨਹੀਂ ਜਾ ਸਕਦੀ, ਬਿਆਨ ਨਹੀਂ ਕੀਤੀ ਜਾ ਸਕਦੀ। ਇੱਕ ਸ਼ਬਦ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਬਾਣੀ ਵਿੱਚ ਦਰਜ ਕੀਤਾ। ਮਹਾਰਾਜ ਕਹਿੰਦੇ ਨੇ ਪ੍ਰਭੂ ਕੀ ਅਕਥ ਕਹਾਣੀ, ਪਰਮਾਤਮਾ ਦੀ ਜਿਹੜੀ ਕਥਾ ਹੈ ਉਹ ਅਕਥ ਹੈ। ਪਰ ਕਹਿਣ ਲੱਗੇ ਜਨ ਬੋਲਣਾ ਅੰਮ੍ਰਿਤ ਬਾਣੀ। ਜਿਹੜੇ ਸੇਵਕ ਨੇ, ਜਿਹੜੇ ਦਾਸ ਨੇ, ਆਤਮਿਕ ਜੀਵਨ ਦੇਣ ਵਾਲੀ ਬਾਣੀ ਨੂੰ ਬੋਲਦੇ ਹਨ, ਉਚਾਰਨ ਕਰਦੇ ਹਨ। ਤੇ ਕਹਿਣ ਲੱਗੇ ਨਾਨਕ ਦਾਸ ਬਖਾਣੀ ਗੁਰ ਪੂਰੇ ਤੇ ਜਾਣੀ ਹੈ। ਨਾਨਕ ਦਾਸ ਨੇ ਬਖਿਆਨ ਕੀਤੀ ਹੈ ਜੋ ਪੂਰੇ ਗੁਰੂ ਕੋਲੋਂ ਜਾਣੀ ਸੀ, ਸਮਝੀ ਸੀ। ਕਹਿਣ ਲੱਗੇ ਗੁਰੂ ਅਰਜਨ ਦੇਵ ਜੀ ਮਹਾਰਾਜ ਵੈਸੇ ਪਰਮਾਤਮਾ ਦੀ ਕਥਾ ਅਕਥ ਹੈ, ਪਰ ਉਸ ਪਰਮਾਤਮਾ ਦੇ ਨਾਲ ਜੁੜਨਾ ਹੈ ਤਾਂ ਫਿਰ ਅੰਮ੍ਰਿਤ ਬਾਣੀ ਦੇ ਨਾਲ ਜੁੜੀਏ, ਅੰਮ੍ਰਿਤ ਬਾਣੀ ਨੂੰ ਉਚਾਰਨ ਕਰੀਏ। ਹੋਰ ਕੋਈ ਉਲ ਜਲੂਲ ਗੱਲਾਂ ਕਰਨ ਦੀ ਲੋੜ ਨਹੀਂ। ਕਿਸ ਵਾਸਤੇ ਭਗਤ ਜੀ ਕਹਿੰਦੇ ਨੇ ਉਲ ਜਲੂਲ ਗੱਲਾਂ ਕਰੀਏ ਸੰਸਾਰ ਦੇ ਵਿੱਚ? ਭਾਵ ਕਿ ਬਹੁਤੀ ਗੱਲ ਕਰਨ ਦਾ ਕੋਈ ਲਾਭ ਨਹੀਂ ਹੈ। ਕਿਉਂ? ਕਹਿੰਦੇ ਜੈਸਾ ਤੂੰ ਤੈਸਾ ਤੂੰ ਹੀ। ਮਹਾਰਾਜ ਜਿਸ ਤਰ੍ਹਾਂ ਦਾ ਤੂੰ ਹੈ ਉਸ ਤਰ੍ਹਾਂ ਦਾ ਤੂੰ ਆਪ ਹੀ ਹੈ। ਭਾਵ ਕਿ ਤੇਰੇ ਵਰਗਾ ਹੋਰ ਕੋਈ ਦੂਜਾ ਨਹੀਂ ਜਿਹਦੇ ਨਾਲ ਉਪਮਾ ਕੀਤੀ ਜਾ ਸਕੇ। ਕਿਆ ਉਪਮਾ ਕੀਜੈ
ਭਾਵ ਕਿ ਤੇਰੀ ਕੀ ਤਾਰੀਫ ਕਰੀਏ ਜਾਂ ਤੇਰੀ ਕਿਸ ਦੇ ਨਾਲ ਤਸਬੀਹ ਕਰੀਏ, ਭਾਵ ਕਿਸ ਦੇ ਨਾਲ ਬਰਾਬਰੀ ਕਰੀਏ, ਕਿਸ ਨਾਲ ਤੁਲਨਾ ਕਰੀਏ ਤੇਰੀ ਵੀ ਉਸ ਵਰਗਾਂ ਤੋਂ। ਹੇ ਅਕਾਲ ਪੁਰਖ ਵਾਹਿਗੁਰੂ, ਕਿਸੇ ਨਾਲ ਤੇਰੀ ਜਿਹੜੀ ਤੁਲਨਾ ਨਹੀਂ ਕੀਤੀ ਜਾ ਸਕਦੀ, ਕਿਸੇ ਨਾਲ ਤੇਰੀ ਬਰਾਬਰੀ ਨਹੀਂ ਕੀਤੀ ਜਾ ਸਕਦੀ। ਜਿਸ ਤਰ੍ਹਾਂ ਦਾ ਤੂੰ ਆਪ ਹੈ, ਆਪਣੇ ਵਰਗਾ ਆਪ ਹੀ ਹੈ, ਤੇਰੇ ਵਰਗਾ ਹੋਰ ਕੋਈ ਦੂਜਾ ਨਹੀਂ ਹੈ। ਉਸਨੇ ਕੋਈ ਦੂਜਾ ਬਣਾਇਆ ਹੁੰਦਾ ਆਪਣੇ ਵਰਗਾ ਤਾਂ ਆਪਾਂ ਉਪਮਾ ਕਰ ਸਕਦੇ ਸਨ, ਕਿਉਂਕਿ ਉਸ ਦੀ ਉਪਮਾ ਜਿਹੜੀ ਹੈ ਉਹ ਨਹੀਂ ਕੀਤੀ ਜਾ ਸਕਦੀ, ਉਹ ਉਪਮਾ ਤੋਂ ਪਰੇ ਹੈ। ਇਸ ਕਰਕੇ ਭਗਤ ਰਵਿਦਾਸ ਜੀ ਪਾਵਨ ਸ਼ਬਦ ਰਾਹੀਂ ਸਾਨੂੰ ਇਹ ਗੱਲ ਸਮਝਾਉਣਾ ਚਾਹੁੰਦੇ ਨੇ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜਨਾ ਹੈ। ਜੇ ਰੱਬ ਦੀ ਬਖਸ਼ਿਸ਼ਾਂ ਹਾਸਲ ਕਰਨੀਆਂ ਤੇ ਆਪਣੇ ਜੀਵਨ ਦੇ ਵਿੱਚੋਂ ਇੱਕ ਤਾਂ ਇਹ ਹੈ ਕਿ ਪਰਮਾਤਮਾ ਦੀ ਸਿਫਤ ਕੀਤੀ ਜਾਏ ਔਰ ਆਪਣੇ ਆਪ ਨੂੰ ਨਿਮਾਣਤਾ ਤੇ ਨਿਮਰਤਾ ਵਿੱਚ ਰੱਖਿਆ ਜਾਏ, ਹਲੇਮੀ ਵਿੱਚ ਰੱਖਿਆ ਜਾਏ, ਸੰਤੋਖ 'ਚ ਰੱਖਿਆ ਜਾਏ, ਸਬਰ ਦੀ ਜ਼ਿੰਦਗੀ ਜੀਣੀ ਚਾਹੀਦੀ ਹੈ। ਕਿਉਂਕਿ ਜਦੋਂ ਕੋਈ ਨਿਮਰਤਾ ਭਾਵ ਦੇ ਵਿੱਚ ਉਸਦੇ ਦਰ 'ਤੇ ਆਉਂਦਾ ਹੈ, ਆਪਾ ਭਾਵ ਮਿਟਾ ਕੇ ਉਸਦੇ ਕੋਲ ਆਉਂਦਾ ਹੈ, ਜਦੋਂ ਇਹ ਅਹਿਸਾਸ ਉਸਦੀ ਜ਼ਿੰਦਗੀ 'ਚ ਹੁੰਦਾ ਹੈ ਸੱਚੇ ਪਾਤਸ਼ਾਹ ਮੈਂ ਕੁਛ ਵੀ ਨਹੀਂ ਹਾਂ, ਤਾਂ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਦਾ ਹੈ, ਫਿਰ ਉਹ ਨੀਵਿਆਂ ਨੂੰ ਉੱਚਾ ਕਰ ਦਿੰਦਾ ਹੈ। ਭਗਤ ਰਵਿਦਾਸ ਜੀ ਦੇ ਸ਼ਬਦ ਹੈ, ਕਹਿਣ ਲੱਗੇ ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਧਰੈ, ਜਾਕੀ ਛੋਤ ਜਗਤ ਕੋ ਲਾਗੈ ਤਾਂ ਅਵਰ ਤੂੰ ਹੀ ਟਰੈ, ਨੀਚਾ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ। ਨਾਮਦੇਵ ਕਹਿੰਦੇ ਭਗਤ ਨਾਮਦੇਵ ਜੀ ਦਾ ਜ਼ਿਕਰਾ ਕੀਤਾ, ਭਗਤ ਕਬੀਰ ਜੀ ਦਾ ਜ਼ਿਕਰਾ ਕੀਤਾ। ਨਾਮਦੇਵ ਕਬੀਰ ਲੋਚਨ ਸਦਨਾ ਸੈਨ ਤਰੈ, ਕਹਿ ਰਵਿਦਾਸ ਸੁਨੋ ਰੇ ਸੰਤੋ, ਹਰ ਜੀਓ ਤੇ ਸਰੈ ਸਵੈ ਸਰੈ। ਸਾਡਾ ਸਰਨਾ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਹੀ ਹੈ ਔਰ ਉਸ ਤੋਂ ਬਿਨਾਂ ਹੋਰ ਕੋਈ ਸਾਡੇ ਉੱਤੇ ਕਿਰਪਾ ਨਹੀਂ ਕਰ ਸਕਦਾ, ਕਿਉਂਕਿ ਉਸ ਵਰਗਾ ਹੋਰ ਕੋਈ ਹੈ ਹੀ ਨਹੀਂ ਸੰਸਾਰ ਵਿੱਚ। ਇਸ ਕਰਕੇ ਭਗਤ ਰਵਿਦਾਸ ਜੀ ਕਹਿੰਦੇ ਨੇ ਜੇ ਉਸ ਵਰਗਾ ਕੋਈ ਨਹੀਂ ਤੇ ਉਸ ਦਾ ਸਿਮਰਨ ਕੀਤਾ ਜਾਏ ਤੇ ਆਪਣੇ ਅੰਦਰ ਦੇ ਨਿਮਰਤਾ ਭਾਵ ਨੂੰ ਉਹਦੇ ਚਰਨਾਂ ਵਿੱਚ ਪ੍ਰਗਟ ਕੀਤਾ ਜਾਏ। ਸੱਚੇ ਪਾਤਸ਼ਾਹ ਵੀ ਮੈਂ ਤਾਂ ਬੜਾ ਗਰੀਬ ਹਾਂ, ਮੈਂ ਬੜਾ ਦਰਿਦਰ ਹਾਂ ਔਰ ਤੇਰੀ ਕਿਰਪਾ ਹੋਵੇ ਤਾਂ ਮੈਂ ਧਨਵਾਨ ਬਣ ਸਕਦਾ, ਤਾਂ ਮੈਂ ਅਮੀਰ ਬਣ ਸਕਦਾ, ਅੰਦਰੋਂ ਰੱਬੀ ਗੁਣ ਮੇਰੇ ਜੀਵਨ 'ਚ ਪ੍ਰਗਟ ਹੋ ਸਕਦੇ ਹਨ। ਇਹਦੇ ਜਿਹੜੀ ਗਰੀਬੀ ਹੈ ਉਹ ਅੰਦਰ ਦੀ ਹੈ, ਬਾਹਰ ਦੀ ਧਨ ਪਦਾਰਥਾਂ ਦੀ ਗੱਲ ਨਹੀਂ ਚੱਲ ਰਹੀ, ਇਹ ਅੰਦਰ ਦੀ ਗਰੀਬੀ ਹੈ, ਅੰਦਰ ਦੀ ਨਿਮਰਤਾ ਭਾਵ ਦੀ ਗੱਲ ਹੈ ਕਿ ਜਦੋਂ ਬੰਦਾ ਅੰਦਰੋਂ ਇਹ ਗੱਲ ਕਬੂਲ ਕਰ ਲੈਂਦਾ ਵੀ ਸੱਚੇ ਪਾਤਸ਼ਾਹ ਮੈਂ ਸੰਸਾਰ ਵਿੱਚ ਆ ਕੇ ਕੋਈ ਚੰਗਾ ਗੁਣ ਧਾਰਨ ਨਹੀਂ ਕੀਤਾ, ਕੋਈ ਚੰਗਾ ਕੰਮ ਨਹੀਂ ਕੀਤਾ, ਮੈਂ ਆਪਣੇ ਜੀਵਨ ਨੂੰ ਅਜਾਈਂ ਗਵਾ ਲਿਆ। ਅਤੇ ਜਦੋਂ ਗੁਰੂ ਦੇ ਚਰਨਾਂ 'ਚ ਉਹ ਅਰਦਾਸ ਕਰਦਾ ਅਤੇ ਉਸ ਦੇ ਜੀਵਨ ਨੂੰ ਅਕਾਲ ਪੁਰਖ ਵਾਹਿਗੁਰੂ ਰੱਬੀ ਗੁਣਾਂ ਦੇ ਨਾਲ ਮਾਲੋ ਮਾਲ ਕਰ ਦਿੰਦਾ। ਇਹ ਅਰਦਾਸ ਆਪਣੇ ਲਈ ਵੀ ਸਾਰੇ ਕਰੀਏ ਤਾਂ ਕਿ ਅਕਾਲ ਪੁਰਖ ਵਾਹਿਗੁਰੂ ਸਾਡੇ ਉੱਤੇ ਵੀ ਕਿਰਪਾ ਕਰਨ। ਇਤਨੀਆਂ ਬੇਨਤੀਆਂ ਪ੍ਰਵਾਨ। ਧੰਨਵਾਦ ਸਾਰਿਆਂ ਦਾ। ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਏ।